Hello students, good morning. Today our topic is communication modes. ਪੰਜਾਬੀ ਵਿੱਚ ਸੰਚਾਰ ਮੋਡ ਜਿਨ੍ਹਾਂ ਨੂੰ ਕਹਿੰਦੇ ਆ। ਥਰਡ ਚੈਪਟਰ ਆਪਣਾ ਚੱਲ ਰਿਹਾ ਹੈਗਾ ਕੰਪਿਊਟਰ ਨੈਟਵਰਕ ਅਤੇ ਉਹਦੇ ਵਿੱਚ ਇੱਕ ਟੌਪਿਕ ਆ ਸੰਚਾਰ ਮੋਡ। ਕਮਿਊਨੀਕੇਸ਼ਨ ਮੋਡਸ ਕਿਹੜੇ ਕਿਹੜੇ ਹੁੰਦੇ ਆ, ਕਿਸ ਤਰੀਕੇ ਮਤਲਬ ਕਿ ਕਿਹੜੇ ਕਿਹੜੇ ਤਰੀਕੇ ਹੁੰਦੇ ਆ ਮਤਲਬ ਕਿ ਕਮਿਊਨੀਕੇਸ਼ਨ ਕਰਨ ਦੇ, ਕਿਹੜੇ ਕਿਹੜੇ ਮੋਡਸ ਦੇ ਵਿੱਚੋਂ ਮਤਲਬ ਕਮਿਊਨੀਕੇਸ਼ਨ ਹੋ ਪਾਊਗਾ। ਸੰਚਾਰ ਮੋਡ ਨੂੰ ਟਰਾਂਸਮਿਸ਼ਨ ਮੋਡ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕਿਸੇ ਨੈਟਵਰਕ ਨਾਲ ਜੁੜੇ ਦੋ ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ। ਦੋ ਯੰਤਰਾਂ ਮਤਲਬ ਦੋ ਯੰਤਰ ਕੁਛ ਵੀ ਹੋ ਸਕਦੇ ਆ, ਦੋ ਮੋਬਾਈਲ ਫੋਨ ਹੋ ਸਕਦੇ ਆ, ਦੋ ਕੰਪਿਊਟਰਸ ਹੋ ਸਕਦੇ ਆ, ਦੋ ਤੋਂ ਵੱਧ ਕੰਪਿਊਟਰਸ ਵੀ ਹੋ ਸਕਦੇ ਆ। ਉਹਨਾਂ ਵਿਚਕਾਰ ਜੋ ਡਾਟਾ ਗਾ ਜਾਂ ਜੋ ਇਨਫੋਰਮੇਸ਼ਨ ਆ ਜੋ ਉਹਨਾਂ ਦੇ ਵਿੱਚ ਪਹੁੰਚ ਜਾਂਦੀ ਆ, ਆਪਸ ਦੇ ਵਿੱਚ ਤਬਦੀਲ ਹੁੰਦੀ ਆ, ਉਹ ਕਿਸ ਵਿਧੀ ਨਾਲ ਹੁੰਦੀ ਆ, ਕਿਹੜਾ ਤਰੀਕਾ ਯੂਜ਼ ਕੀਤਾ ਜਾਂਦਾ, ਉਹਨੂੰ ਕੀ ਬੋਲਦੇ ਆ, ਟਰਾਂਸਮਿਸ਼ਨ ਮੋਡ ਬੋਲਿਆ ਜਾਂਦਾ। ਇਹ ਇੱਕ ਦੂਜੇ ਨਾਲ ਜੁੜੇ ਉਪਕਰਨਾਂ ਦੇ ਵਿਚਕਾਰ ਸਿਗਨਲ ਦੇ ਬਹਾਵ ਦੀ ਦਿਸ਼ਾ ਵੀ ਦੱਸਦਾ ਹੈ। ਜਿਹੜੇ ਦੋਨੋਂ ਮਤਲਬ ਕਿ ਉਪਕਰਨ ਹੁੰਦੇ ਆ, ਚਾਹੇ ਉਹ ਮੋਬਾਈਲ ਫੋਨਸ ਨੇ, ਉਹਨਾਂ ਵਿਚਕਾਰ ਜੋ ਮਤਲਬ ਕਿ ਡਾਟਾ ਪਹੁੰਚਦਾ ਗਾ ਉਹ ਕਿਸ ਦਿਸ਼ਾ ਵਿੱਚ ਹੋ ਰਿਹਾ ਗਾ, ਕਿਹੜੀ ਦਿਸ਼ਾ ਦੇ ਵਿੱਚ ਮਤਲਬ ਕਿ ਇੱਕ ਤੋਂ ਦੂਜੇ ਤੱਕ ਸਿਰਫ ਜਾ ਰਿਹਾ, ਦੂਜੇ ਤੋਂ ਵਾਪਸ ਆ ਵੀ ਰਿਹਾ, ਕਿਸ ਦਿਸ਼ਾ ਵਿੱਚ ਹੈ, ਮਤਲਬ ਕਿ ਉਹ ਵੀ ਇਹ ਚੀਜ਼ ਇਹਦੇ ਵਿੱਚ ਅਸੀਂ ਦੇਖਾਂਗੇ। ਸੰਚਾਰ ਮੋਡ ਦੀਆਂ ਹੇਠ ਲਿਖੇ ਅਨੁਸਾਰ 3 ਸ਼੍ਰੇਣੀਆਂ ਹੁੰਦੀਆਂ ਨੇ। ਇੱਕ ਹੈਗਾ ਸਿੰਪਲੈਕਸ ਮੋਡ, ਇੱਕ ਹੈਗਾ ਹਾਫ ਡੁਪਲੈਕਸ ਮੋਡ, ਇੱਕ ਹੈਗਾ ਫੁੱਲ ਡੁਪਲੈਕਸ ਮੋਡ। ਸਿੰਪਲੈਕਸ ਮੋਡ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਇੱਕੋ ਹੀ ਡਾਇਰੈਕਸ਼ਨ ਹੁੰਦੀ ਆ, ਠੀਕ ਹੈ। ਸਿੰਪਲੈਕਸ ਮਤਲਬ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਕੀ ਕਰੇਗਾ, ਉਹ ਡਾਟਾ ਜਾਏਗਾ। ਦੇਖੋ ਹੁਣ ਜਿਵੇਂ ਦੋ ਕੰਪਿਊਟਰਸ ਨੇ, ਸਿੰਪਲੈਕਸ ਮੋਡ ਇੱਕ ਪਾਸੇ ਐਰੋ ਆ ਨਾ, ਮੀਨਸ ਜਿਹੜਾ ਇੱਧਰਲਾ ਮਤਲਬ ਕਿ ਜੋ ਮੇਰੀ ਲੈਫਟ ਸਾਈਡ ਆ, ਠੀਕ ਆ, ਉਹ ਤਾਂ ਮਤਲਬ ਉਹ ਕੰਪਿਊਟਰ ਰਾਈਟ ਹੈਂਡ ਸਾਈਡ ਵਾਲੇ ਜੋ ਕੰਪਿਊਟਰ ਨੂੰ ਸਿਰਫ ਡਾਟਾ ਸੈਂਡ ਕਰ ਰਿਹਾ ਹੈਗਾ, ਸਿਰਫ ਸੈਂਡ ਹੋ ਰਿਹਾ ਹੈਗਾ। ਇੱਕ ਇੱਧਰਲਾ ਸੈਂਡਰ ਆ, ਜਿਹੜਾ ਲੈਫਟ ਸਾਈਡ ਆ ਉਹਨੂੰ ਸੈਂਡਰ ਕਹਾਂਗੇ। ਜੋ ਰਾਈਟ ਸਾਈਡ ਦੇ ਉੱਪਰ ਕੰਪਿਊਟਰ ਆ ਉਹਨੂੰ ਕੀ ਬੋਲਾਂਗੇ ਅਸੀਂ, ਰਿਸੀਵਰ। ਤਾਂ ਇੱਕ ਹੀ ਰਿਸੀਵ ਕਰ ਰਿਹਾ, ਇੱਕ ਸੈਂਡ ਕਰ ਰਿਹਾ, ਮਤਲਬ ਡਾਇਰੈਕਸ਼ਨ ਇੱਕੋ ਹੀ ਆ, ਤਾਂ ਇਹਨੂੰ ਕੀ ਬੋਲਾਂਗੇ, ਇਸ ਮੋਡ ਨੂੰ ਸਿੰਪਲੈਕਸ ਜਾਂ ਫਿਰ ਵਨ ਡਾਇਰੈਕਸ਼ਨ ਜਾਂ ਸਿੰਪਲੈਕਸ ਮੋਡ ਵੀ ਬੋਲ ਦਿੰਦੇ ਆ। ਇਸ ਤਰ੍ਹਾਂ ਦੇ ਸੰਚਾਰ ਮੋਡ ਵੀ ਸੰਚਾਰ ਯੂਨੀ ਡਾਇਰੈਕਸ਼ਨਲ ਵੀ ਇਹਨੂੰ ਅਸੀਂ ਯੂਨੀ ਡਾਇਰੈਕਸ਼ਨਲ ਵੀ ਬੋਲ ਦਿੰਦੇ ਹਾਂ, ਜੋ ਕਿ ਸਿਰਫ ਇੱਕ ਦਿਸ਼ਾ ਵਿੱਚ ਭੇਜਿਆ ਜਾਂਦਾ ਹੈ। ਇਸ ਦਾ ਅਰਥ ਹੈ ਇੱਕ ਤਰਫਾ ਟ੍ਰੈਫਿਕ ਹੋਣ ਕਾਰਨ ਪ੍ਰਾਪਤ ਸਿਗਨਲ ਨੂੰ ਵਾਪਸ ਸੈਂਡਰ ਕੋਲ ਨਹੀਂ ਭੇਜ ਸਕਦੀ, ਤਾਂ ਸਿਰਫ ਰਿਸੀਵਰ ਹੀ ਹੋਊਗਾ। ਰਿਸੀਵਰ ਸਿਰਫ ਰਿਸੀਵ ਕਰੇਗਾ, ਵਾਪਸ ਸੈਂਡਰ ਨੂੰ ਦੁਬਾਰਾ ਨਹੀਂ ਭੇਜੇਗਾ। ਤਾਂ ਸਿੰਪਲੈਕਸ ਮੋਡ ਦੇ ਕਿਹੜੀ ਐਗਜ਼ਾਮਪਲਸ ਨੇ, ਉਦਾਹਰਨ ਦੇ ਤੌਰ 'ਤੇ ਜਿਵੇਂ ਸਿੰਪਲੈਕਸ ਮੋਡ ਕੰਪਿਊਟਰ ਅਤੇ ਕੀਬੋਰਡ ਦੇ ਵਿਚਕਾਰ ਦੇਖਿਆ ਜਾਂਦਾ। ਦੇਖੋ ਹੁਣ ਕੀਬੋਰਡ ਤੋਂ ਅਸੀਂ ਕੀ ਕਰਦੇ ਹਾਂ, ਕੀਬੋਰਡ ਤੋਂ ਕੰਪਿਊਟਰ ਨੂੰ ਆਪਦੀਆਂ ਜਿਹੜੀ ਭੇਜਦੇ ਆ, ਕੀਬੋਰਡ ਤੋਂ ਮਤਲਬ ਸਿਰਫ ਸੰਕੇਤ ਭੇਜੇ ਜਾਂਦੇ ਟਾਈਪ ਕਰਕੇ। ਐਂ ਥੋੜ੍ਹਾ ਨਾ ਕਿ ਕੰਪਿਊਟਰ ਮਤਲਬ ਕੀਬੋਰਡ ਨੂੰ ਦੁਬਾਰਾ ਵਾਪਸ ਭੇਜੂਗਾ, ਨਹੀਂ, ਸਿਰਫ ਜਿਹੜਾ ਕੀਬੋਰਡ ਆ ਉਹ ਸਿਰਫ ਸੈਂਡ ਕਰ ਸਕਦਾ ਕੰਪਿਊਟਰ ਨੂੰ, ਠੀਕ ਹੈ। ਸਿੰਪਲੈਕਸ ਦੇ ਕੀ ਫਾਇਦੇ ਨੇ, ਇੱਕ ਤਾਂ ਇਹ ਫਾਇਦਾ ਕਿ ਇਸ ਮੋਡ ਵਿੱਚ ਸੰਚਾਰ ਕਰਨ ਵਾਲਾ ਸਟੇਸ਼ਨ ਸੰਚਾਰ ਚੈਨਲ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਦਾ ਹੈ। ਸੰਚਾਰ ਚੈਨਲ ਮਤਲਬ ਜੋ ਅਸੀਂ ਵੇ ਯੂਜ਼ ਕਰ ਰਹੇ ਹਾਂ ਉਹਦੀ ਪੂਰੀ ਵਰਤੋਂ ਕਰਦਾ ਹੈ, ਤਾਂ ਜੋ ਇੱਕ ਸਮੇਂ ਵਿੱਚ ਵਧੇਰੇ ਡਾਟਾ ਸੰਚਾਰਿਤ ਕੀਤਾ ਜਾ ਸਕੇ, ਠੀਕ ਹੈ। ਨੁਕਸਾਨ ਕੀ ਆ, ਮੁੱਖ ਤੌਰ 'ਤੇ ਸੰਚਾਰ ਦੋ ਦਿਸ਼ਾਵੀ ਹੋਣਾ ਚਾਹੀਦਾ ਹੈ, ਪਰ ਇਸ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਇਸ ਲਈ ਇਸ ਦਾ ਉਪਕਰਨਾਂ ਵਿਚਕਾਰ ਕੋਈ ਅੰਤਰ ਸੰਚਾਰ ਨਹੀਂ ਹੁੰਦਾ। ਜ਼ਿਆਦਾਤਰ ਅਸੀਂ ਇਹੀ ਸੋਚਦੇ ਹਾਂ ਕਿ ਸੰਚਾਰ ਹਮੇਸ਼ਾ ਦੋ ਤਰਫਾ ਹੋਵੇ, ਦੋਨੋਂ ਸਾਈਡ ਜਾਵੇ। ਇੱਕ ਸਾਈਡ ਗਿਆ ਹੈ ਜੋ ਸੰਚਾਰ ਹੁੰਦਾ ਉਹਦੇ ਵਿੱਚ ਕੀ ਹੁੰਦਾ, ਮਤਲਬ ਕਿ ਜ਼ਿਆਦਾ ਕੋਈ ਅੰਤਰ ਸੰਚਾਰ ਨਹੀਂ ਹੁੰਦਾ ਹੈਗਾ। ਅੱਗੇ ਹੈ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਮੋਡ 'ਚ ਕੀ ਹੁੰਦਾ, ਹਾਫ ਡੁਪਲੈਕਸ ਮੋਡ ਵਿੱਚ ਹਰੇਕ ਸਟੇਸ਼ਨ ਮਤਲਬ ਉਪਕਰਨ, ਚਾਹੇ ਕੋਈ ਕੰਪਿਊਟਰ ਆ ਕੁਛ ਵੀ ਆ, ਸੂਚਨਾ ਨੂੰ ਪ੍ਰਸਾਰਿਤ ਕਰ ਸਕਦਾ ਹੈ, ਨਾਲ ਹੀ ਡਾਟਾ ਪ੍ਰਾਪਤ ਕਰ ਸਕਦਾ ਹੈ। ਮਤਲਬ ਕਿ ਜੇ ਉਹ ਭੇਜੂਗਾ ਤਾਂ ਪ੍ਰਾਪਤ ਵੀ ਕਰੂਗਾ, ਮਤਲਬ ਜੇ ਉਹ ਸੈਂਡਰ ਆ ਤਾਂ ਰਿਸੀਵਰ ਦੇ ਤੌਰ 'ਤੇ ਵੀ ਕੰਮ ਕਰੇਗਾ। ਸੰਦੇਸ਼ਾਂ ਦਾ ਪ੍ਰਵਾਹ ਦੋਵਾਂ ਦਿਸ਼ਾਵਾਂ, ਇਹਦੇ ਵਿੱਚ ਦੋਨਾਂ ਦਿਸ਼ਾਵਾਂ ਵਿੱਚ ਹੁੰਦਾ, ਮਤਲਬ ਸੈਂਡਰ ਤੋਂ ਰਿਸੀਵਰ ਵੀ ਹੋ ਸਕਦਾ, ਰਿਸੀਵਰ ਤੋਂ ਵਾਪਸ ਸੈਂਡਰ ਵੀ ਹੋ ਸਕਦਾ, ਪਰ ਇੱਕੋ ਸਮੇਂ ਵਿੱਚ ਨਹੀਂ, ਪਰ ਇੱਕੋ ਟਾਈਮ ਦੇ ਉੱਪਰ ਨਹੀਂ, ਮਤਲਬ ਟਾਈਮ ਲੱਗਦਾ ਗਾ। ਜਿਵੇਂ ਇੱਕ ਨੇ ਸੈਂਡ ਕੀਤਾ ਤਾਂ ਕੁਛ ਟਾਈਮ ਬਾਅਦ ਹੀ ਜਿਹੜਾ ਰਿਸੀਵਰ ਆ ਉਹ ਉਹਨੂੰ ਵਾਪਸ ਡਾਟਾ ਕੀ ਕਰੇਗਾ, ਵਾਪਸ ਭੇਜੇਗਾ, ਕੁਛ ਟਾਈਮ ਬਾਅਦ, ਉਸੇ ਟਾਈਮ ਨਹੀਂ ਭੇਜੇਗਾ। ਸੰਚਾਰ ਚੈਨਲ ਦੀ ਪੂਰੀ ਸਮਰੱਥਾ ਇੱਕ ਸਮੇਂ ਵਿੱਚ ਇੱਕ ਦਿਸ਼ਾ ਵਿੱਚ ਵਰਤੀ ਜਾਂਦੀ ਹੈ, ਪਰ ਇੱਕ ਟਾਈਮ ਦੇ ਉੱਪਰ ਸਿਰਫ ਇੱਕ ਦਿਸ਼ਾ ਵਿੱਚ ਜਾਂਦਾ, ਦੂਸਰੇ ਟਾਈਮ ਦੇ ਵਿੱਚ ਥੋੜ੍ਹੇ ਟਾਈਮ ਤੋਂ ਬਾਅਦ ਦੂਜੀ ਦਿਸ਼ਾ ਤੋਂ ਉਹ ਵਾਪਸ ਆਉਂਦਾ ਗਾ। ਹਾਫ ਡੁਪਲੈਕਸ ਮੋਡ ਵਿੱਚ ਸੈਂਡਰ ਡਾਟਾ ਭੇਜਦਾ ਹੈ, ਇਸ ਦੇ ਪ੍ਰਾਪਤ ਹੋਣ ਦਾ ਇੰਤਜ਼ਾਰ ਕਰਦਾ ਹੈ। ਸੈਂਡਰ ਕੀ ਕਰਦਾ, ਡਾਟਾ ਭੇਜਦਾ ਗਾ, ਰਿਸੀਵਰ ਨੂੰ ਉਹ ਤੋਂ ਪ੍ਰਾਪਤ ਕਰਨ ਦਾ ਇੰਤਜ਼ਾਰ, ਉਹਦੇ ਵਿੱਚ ਉਹਨੂੰ ਟਾਈਮ ਲੱਗਦਾ, ਮਤਲਬ ਉਸੇ ਟਾਈਮ ਦੇ ਉੱਪਰ ਉਹਨੂੰ ਰਿਸੀਵ ਨਹੀਂ ਹੁੰਦਾ ਹੈ, ਇਸ ਕਰਕੇ ਇਹਨੂੰ ਕੀ ਬੋਲਦੇ ਆ, ਹਾਫ ਡੁਪਲੈਕਸ ਮੋਡ ਬੋਲਦੇ। ਜਿਵੇਂ ਵਾਕੀ ਟਾਕੀ ਦੇਖੇ ਨਾ ਆਪਣੇ, ਆਮ ਤੌਰ 'ਤੇ ਵਾਕੀ ਟਾਕੀ ਹੁੰਦੇ, ਜਿਵੇਂ ਆਰਮੀਜ਼ ਦੇ ਵਿੱਚ ਯੂਜ਼ ਕੀਤੇ ਜਾਂਦੇ ਵਾਕੀ ਟਾਕੀ, ਜਾਂ ਪੁਲਿਸ ਲਾਈਨ 'ਚ ਯੂਜ਼ ਕੀਤੇ ਜਾਂਦੇ ਆ। ਤਾਂ ਵਾਕੀ ਟਾਕੀ ਤੋਂ ਕੀ ਹੁੰਦਾ ਕਿ ਸੈਂਡਰ ਜਦੋਂ ਬੋਲਦਾ, ਦੂਜੇ ਪਾਸੇ ਰਿਸੀਵਰ ਸੁਣਦਾ ਗਾ, ਪਹਿਲਾਂ ਰਿਸੀਵਰ ਸੁਣੇਗਾ,
ਤਾਂ ਉਹਨੂੰ ਟਾਈਮ ਲੱਗਦਾ ਨਾ ਸੁਣਨ 'ਤੇ, ਮਤਲਬ ਕਿ ਉਹ ਕਾਫੀ ਟਾਈਮ ਬਾਅਦ ਉਹ ਦੁਬਾਰਾ ਫਿਰ ਭੇਜੇਗਾ ਵਾਪਸ ਰਿਸੀਵਰ ਕਿਹਨੂੰ, ਸੈਂਡਰ ਨੂੰ ਭੇਜੇਗਾ। ਤਾਂ ਜਦੋਂ ਦੂਜਾ ਬੰਦਾ ਬੋਲੂਗਾ ਫਿਰ ਪਹਿਲੇ ਨੂੰ ਸੁਣਦਾ। ਐਂ ਨਹੀਂ ਕਿ ਇੱਕੋ ਟਾਈਮ ਦੇ ਉੱਪਰ ਦੋਨਾਂ ਨੂੰ ਇਕੱਠੇ ਸੁਣਦਾ ਹੋਊਗਾ। ਵਾਕੀ ਟਾਕੀ 'ਤੇ ਇੱਕ ਬੰਦਾ ਬੋਲੇਗਾ, ਦੂਜਾ ਸੁਣੇਗਾ, ਦੂਜਾ ਬੰਦਾ ਬੋਲੇਗਾ, ਪਹਿਲਾ ਸੁਣੇਗਾ, ਇਕੱਠੇ ਨਹੀਂ ਬੋਲ ਸਕਦੇ ਹੈਗੇ। ਇਸ ਕਰਕੇ ਇਹਨੂੰ ਹਾਫ ਡੁਪਲੈਕਸ ਬੋਲਦੇ ਆ। ਹਾਫ ਡੁਪਲੈਕਸ ਵਿੱਚ ਇੱਕ ਚੈਨਲ ਦੀ ਪੂਰੀ ਸਮਰੱਥਾ ਦੋਨਾਂ ਉਪਕਰਨਾਂ ਵਿੱਚੋਂ ਕਿਸੇ ਵੀ ਇੱਕ ਵੱਲੋਂ ਸੂਚਨਾ ਦਾ ਸੰਚਾਰ ਹੋਣ ਵੇਲੇ ਲਈ ਜਾਂਦੀ ਹੈ। ਇਹਦੇ ਨੁਕਸਾਨ ਕੀ ਹੁੰਦੇ ਆ? ਇਹਦੇ ਵਿੱਚ ਨੁਕਸਾਨ ਇਹੀ ਹੁੰਦਾ ਕਿ ਜਿਹੜਾ ਹੁੰਦਾ ਭੇਜਦਾ, ਜੋ ਵੀ ਉਹ ਦੇਰੀ ਲੱਗਦੀ ਹੈ ਉਹਨੂੰ ਭੇਜਣ ਦੀ। ਜਿਵੇਂ ਹੁਣ ਸੈਂਡਰ ਭੇਜਦਾ ਗਾ ਤਾਂ ਉਹਨੂੰ ਟਾਈਮ ਲੱਗਦਾ ਗਾ, ਟਾਈਮ ਹੀ ਉਹਨੂੰ ਮਤਲਬ ਕਿ ਰਿਸੀਵ ਕਰਨ 'ਤੇ ਲੱਗਦਾ ਗਾ। ਜਦੋਂ ਇੱਕ ਡਿਵਾਈਸ ਡਾਟਾ ਭੇਜ ਰਿਹਾ ਹੁੰਦਾ ਹੈ, ਦੂਜਾ ਡਿਵਾਈਸ ਪ੍ਰਾਪਤ ਕਰਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ, ਟਾਈਮ ਜ਼ਿਆਦਾ ਲੱਗਦਾ ਇਹਦੇ ਵਿੱਚ ਅੱਗੇ ਹੈ। ਇਸ ਕਰਕੇ ਇਹਦੀ ਜਿਹੜੀ ਮਤਲਬ ਉਹ ਪ੍ਰੋਬਲਮ ਆ ਟਾਈਮ ਦੀ ਡਿਲੇ ਦੀ ਆ, ਉਹ ਕੌਣ ਸੋਲਵ ਕਰਦਾ? ਕੀ ਸੋਲਵ ਹੁੰਦੀ ਹੈ? ਫੁੱਲ ਡੁਪਲੈਕਸ ਮੋਡ ਦੇ ਵਿੱਚ। ਫੁੱਲ ਡੁਪਲੈਕਸ ਮੋਡ ਵੀ ਦੋਨੋਂ ਦਿਸ਼ਾਵਾਂ ਦੇ ਵਿੱਚ ਹੀ ਭੇਜਦਾ। ਫ਼ਰਕ ਕੀ ਹੈ ਇਹਦੇ ਨਾਲ ਹਾਫ ਡੁਪਲੈਕਸ ਨਾਲ? ਉਹਦਾ ਕੀ ਫ਼ਰਕ ਹੈ? ਬਟ ਜਿਹੜਾ ਜੋ ਇਹ ਡਾਟਾ ਦੋਨੋਂ ਦਿਸ਼ਾਵਾਂ ਵਿੱਚ, ਮਤਲਬ ਸੈਂਡਰ ਤੋਂ ਰਿਸੀਵਰ ਤੋਂ ਸੈਂਡਰ, ਉਹ ਉਸੇ ਟਾਈਮ ਦੇ ਉੱਪਰ ਹੀ ਪੋਸੀਬਲ ਹੁੰਦਾ ਗਾ। ਮਤਲਬ ਉਸੇ ਟਾਈਮ ਦੇ ਉੱਪਰ ਹੀ ਉਹ ਡਾਟਾ ਕੀ ਕਰ ਰਿਹਾ, ਸੈਂਡ ਕਰ ਰਿਹਾ। ਤਾਂ ਮੂਹਰੋਂ ਮਤਲਬ ਕਿ ਇੰਤਜ਼ਾਰ ਨਹੀਂ ਕਰੂਗਾ, ਵੇਟ ਨਹੀਂ ਕਰੂ, ਨਾਲ ਉਹ ਵੀ ਮਤਲਬ ਕਿ ਉਹਨੂੰ ਭੇਜ ਸਕਦਾ ਗਾ। ਅਰਥਾਤ ਇੱਕੋ ਸਮੇਂ ਦਿਸ਼ਾਵਾਂ ਵਿੱਚ ਡਾਟਾ ਦਾ ਵਹਾਅ ਹੁੰਦਾ ਹੈ। ਦੋਵੇਂ ਪਾਸਿਆਂ ਦੀ ਡਾਟਾ ਦੀ ਪ੍ਰਾਪਤੀ ਅਤੇ ਪ੍ਰਸਾਰਣ ਇੱਕੋ ਸਮੇਂ ਸੰਭਵ ਹੁੰਦਾ ਹੈ। ਇਸ ਕਰਕੇ ਇਹਨੂੰ ਕੀ ਬੋਲਦੇ ਹਾਂ ਅਸੀਂ? ਫੁੱਲ ਡੁਪਲੈਕਸ। ਉਦਾਹਰਨ ਦੇਖੋ, ਜਿਵੇਂ ਮੋਬਾਈਲ ਫੋਨ ਨੇ, ਮੋਬਾਈਲ ਫੋਨ ਦੇ ਉੱਪਰ ਜੇ ਆਪਾਂ ਗੱਲ ਕਰ ਰਹੇ ਹਾਂ ਕਿਸੇ ਨਾਲ, ਤਾਂ ਉਹ ਇਨਸਾਨ ਵੀ ਉਸ ਟਾਈਮ ਬੋਲ ਰਿਹਾ ਹੁੰਦਾ, ਆਪਾਂ ਵੀ ਬੋਲ ਰਹੇ ਹੁੰਦੇ ਹਾਂ। ਮਤਲਬ ਇਕੱਠੇ ਦੋਨੋਂ ਜਣੇ ਇਕੱਠੇ ਬੋਲ ਸਕਦੇ ਆ। ਐਵੇਂ ਹੀ ਮਤਲਬ ਮੈਸੇਜਸ ਤੁਸੀਂ ਦੇਖੋ ਵਟਸਐਪ ਦੇ ਉੱਪਰ ਕਿੰਨੀ ਜਲਦੀ ਫਾਸਟ ਹੈ ਨਾ, ਉਸੇ ਟਾਈਮ ਦੇ ਉੱਪਰ ਰਿਪਲਾਈ ਜੇ ਤੁਸੀਂ ਟਾਈਪ ਕਰ ਰਹੇ ਹੁੰਦੇ ਹੋ ਤਾਂ ਮੂਹਰਲਾ ਬੰਦਾ ਵੀ ਇਕੱਠੇ ਮੈਸੇਜ ਆ ਜਾਂਦੇ ਆ, ਠੀਕ ਹੈ। ਤਾਂ ਇਹ ਜਿਹੜੇ ਮੋਡ ਹੁੰਦੇ ਆ ਫੁੱਲ ਡੁਪਲੈਕਸ। ਫੁੱਲ ਡੁਪਲੈਕਸ ਮੋਡ ਦੇ ਕੀ ਫਾਇਦੇ ਨੇ? ਇਹਦੇ ਵਿੱਚ ਦੋਵੇਂ ਸਟੇਸ਼ਨ ਇੱਕੋ ਸਮੇਂ ਦੇ ਉੱਪਰ ਡਾਟਾ ਭੇਜ ਸਕਦੇ ਆ, ਪ੍ਰਾਪਤ ਕਰ ਸਕਦੇ ਆ। ਲਿੰਕ ਦੀ ਕੈਪੈਸਿਟੀ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਫੁੱਲ ਡੁਪਲੈਕਸ ਦੇ ਕੀ ਨੁਕਸਾਨ ਆ? ਇਹਦੇ ਵਿੱਚ ਕੋਈ ਡੈਡੀਕੇਟਡ ਪਾਥ ਮੌਜੂਦ ਨਹੀਂ ਹੁੰਦਾ ਹੈਗਾ। ਸੰਚਾਰ ਚੈਨਲ ਦੀ ਬੈਂਡਵਿਡਥ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਹਦੇ ਵਿੱਚ ਜੋ ਡੈਡੀਕੇਟਡ ਕੋਈ ਪਾਥ ਨਹੀਂ ਹੁੰਦਾ ਹੈਗਾ, ਵੇ ਨਹੀਂ ਹੁੰਦਾ ਹੈਗਾ, ਕਿ ਦੋਨਾਂ ਵਿੱਚ ਹੀ ਉਹ ਵੰਡਿਆ ਜਾਂਦਾ ਹੈਗਾ। ਜੋ ਬੈਂਡਵਿਡਥ ਹੁੰਦੀ ਹੈ, ਮਤਲਬ ਕਿ ਜੋ ਇੰਟਰਨੈਟ ਦਾ ਜੋ ਬੈਂਡਵਿਡਥ ਹੁੰਦੀ ਹੈ, ਉਹਦੀ ਕੀ ਹੁੰਦੀ ਹੈ, ਉਹਨਾਂ ਦੋਨਾਂ ਦੀ ਸ਼ੇਅਰਿੰਗ ਇੱਕ ਬਰਾਬਰ ਹੁੰਦੀ ਆ। ਅੱਗੇ ਹੈ ਜੀ ਨੈਟਵਰਕ ਸ਼ੇਅਰਿੰਗ। ਟੌਪਿਕ ਦਾ ਨਾਮ ਹੈਗਾ ਨੈਟਵਰਕ ਸ਼ੇਅਰਿੰਗ। ਕੀ ਹੁੰਦਾ ਗਾ? ਨੈਟਵਰਕ ਦੇ ਨਾਲ ਹੀ ਰਿਲੇਟਡ ਟੌਪਿਕ ਹੈ, ਇਸ ਕਰਕੇ ਨੈਕਸਟ ਟੌਪਿਕ ਸਟਾਰਟ ਕਰ ਰਹੇ ਹਾਂ 3.7 ਨੈਟਵਰਕ ਸ਼ੇਅਰਿੰਗ। ਨੈਟਵਰਕ ਸ਼ੇਅਰਿੰਗ ਵਿੱਚ ਕੀ ਹੁੰਦਾ? ਨੈਟਵਰਕ ਦੀ ਇੱਕ ਵਿਸ਼ੇਸ਼ਤਾ ਹੈ ਜੋ ਸਰੋਤਾਂ ਨੂੰ ਨੈਟਵਰਕ ਵਿੱਚ ਸਾਂਝਾ ਕਰਨ ਦੀ ਆਗਿਆ ਦਿੰਦੀ ਹੈ। ਸਰੋਤਾਂ ਮੀਨ ਸੋਰਸਸ। ਦੇਖੋ, ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਜਾਂ ਮੋਬਾਈਲ ਫੋਨਸ ਜਦੋਂ ਜਿਹੜੇ ਆਪਦੇ ਸੋਰਸਸ ਹੁੰਦੇ ਆ ਉਹਨਾਂ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਆ, ਤਾਂ ਉਹਨੂੰ ਕੀ ਬੋਲਦੇ ਆ? ਨੈਟਵਰਕ ਸ਼ੇਅਰਿੰਗ ਬੋਲਦੇ ਆ। ਦੀ ਆਗਿਆ ਦਿੰਦੀ ਹੈ। ਜੇ ਭਾਵੇਂ ਉਹ ਫਾਈਲ, ਹੁਣ ਸੋਰਸਸ ਕੁਛ ਵੀ ਹੋ ਸਕਦੇ, ਸੋਰਸਸ ਫਾਈਲਾਂ ਹੋ ਸਕਦੀਆਂ ਨੇ, ਦਸਤਾਵੇਜ਼, ਫੋਲਡਰ, ਮੀਡੀਆ, ਕੁਛ ਵੀ ਹੋ ਸਕਦਾ ਗਾ। ਇਹਨਾਂ ਨੂੰ ਨੈਟਵਰਕ ਉੱਤੇ ਹੋਰ ਉਪਭੋਗਤਾਵਾਂ ਕੰਪਿਊਟਰ ਲਈ ਐਕਸੈਸ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਨੈਟਵਰਕ ਸ਼ੇਅਰਿੰਗ ਰੀਅਲ ਟਾਈਮ ਵਿੱਚ ਜਾਂ ਵੱਖੋ ਵੱਖਰੇ ਸਮੇਂ ਵਿੱਚ ਇੱਕ ਤੋਂ ਵੱਧ ਯੂਜ਼ਰ ਰਾਹੀਂ ਇੱਕ ਜਾਂ ਇੱਕ ਤੋਂ ਵੱਧ ਉਪਕਰਨਾਂ ਦੀ ਵਰਤੋਂ ਕਰਕੇ ਸੂਚਨਾ ਨੂੰ ਐਕਸੈਸ ਕਰਨ ਦੇ ਸਮਰੱਥ ਬਣਾਉਂਦੀ ਹੈ। ਹੁਣ ਦੇਖੋ ਐਗਜ਼ਾਮਪਲ ਦੇਖਦੇ ਹਾਂ, ਹੁਣ ਜਿਵੇਂ ਕਿ ਕਿੰਨੇ ਕਿੰਨੇ ਆ, ਬਹੁਤ ਜ਼ਿਆਦਾ ਕੰਪਿਊਟਰਸ ਨੇ, ਮਤਲਬ ਘੱਟੋ ਘੱਟ ਹੀ 7-8 ਕੰਪਿਊਟਰਸ ਹੈਗੇ ਆ। ਉਹ ਆਪਸ 'ਚ ਕੀ ਕਰ ਰਹੇ ਆ? ਸ਼ੇਅਰ ਕਰ ਰਹੇ ਆ, ਹੈ ਨਾ। ਮਤਲਬ ਇੱਕ ਸੈਂਟਰ ਦੇ ਵਿੱਚ ਕੀ ਇੱਕ CPU ਪਿਆ ਹੈਗਾ, ਮਤਲਬ ਕਿ ਜੋ ਉਹਦਾ CPU ਦੇ ਵਿੱਚ ਜੋ ਡਾਟਾ ਪਿਆ ਆਪਣੇ ਕੋਲ, ਠੀਕ ਆ, ਤਾਂ ਉਹ ਆਪਸ ਦੇ ਵਿੱਚ ਜ਼ਰੂਰੀ ਨਹੀਂ ਹੁੰਦੇ ਕਿ ਇਕੱਲੇ ਕੰਪਿਊਟਰ ਨਾਲ CPU ਅਟੈਚ ਕਰਨ ਦੀ ਲੋੜ ਪੈਂਦੀ ਆ। ਇੱਕੋ CPU ਸਾਰੇ ਕੰਪਿਊਟਰਸ ਨਾਲ ਅਟੈਚ ਆ ਬਾਈ ਨੈਟਵਰਕ, ਠੀਕ ਆ। ਤਾਂ ਜਿਹੜੀ ਇਹ ਐਗਜ਼ਾਮਪਲ ਆ, ਇਹ ਕੀ ਹੈ? ਨੈਟਵਰਕ ਸ਼ੇਅਰਿੰਗ ਦੀ ਐਗਜ਼ਾਮਪਲ ਆ। ਮਤਲਬ ਸਾਰੇ PCs ਸ਼ੇਅਰ ਕਰ ਰਹੇ ਨੇ ਸੋਰਸ ਆਪਣੇ ਕੋਲ ਇੱਥੇ ਕੀ ਆ? ਸੋਰਸ ਹੈ ਆਪਣੇ ਕੋਲ CPU। ਸੋਰਸ ਇੱਥੇ ਪ੍ਰਿੰਟਰ ਵੀ ਹੋ ਸਕਦਾ ਸੀ। ਸੋਰਸਸ ਇੱਥੇ ਹੁਣ CPU ਦੇ ਫੋਲਡਰਸ, ਫਾਈਲਸ ਹੋ ਗਈਆਂ, ਕੁਛ ਵੀ ਡਾਕੂਮੈਂਟਸ ਜੋ ਵੀ CPU ਦੇ ਅੰਦਰ ਪਏ ਹੋਏ ਆ, ਠੀਕ ਹੈ, ਹਾਰਡ ਡਿਸਕ ਦੇ ਵਿੱਚ ਉਹਦੇ, ਤਾਂ ਉਹ ਉਹਨਾਂ ਨੂੰ ਕੀ ਕਰ ਰਹੀ ਹੈ? ਸ਼ੇਅਰ ਕਰ ਰਹੀ ਹੈ ਆਪਸ ਦੇ ਵਿੱਚ। ਤਾਂ ਇੱਕ ਡਿਵਾਈਸ ਨੂੰ ਇੱਕ ਨੈਟਵਰਕ ਨਾਲ ਜੋੜਨ ਲਈ ਉਸ ਨੈਟਵਰਕ ਵਿੱਚ ਹੋਰ ਉਪਭੋਗਤਾਵਾਂ ਉਪਕਰਨ ਇਸ ਨੈਟਵਰਕ ਰਾਹੀਂ ਜਾਣਕਾਰੀ ਨੈਟਵਰਕ ਦੀ ਹੈਲਪ ਨਾਲ ਹੀ ਪੋਸੀਬਲ ਹੋ ਪਾਉਂਦਾ। ਇਹਦੇ ਵਿੱਚ ਜੇ ਨੈਟਵਰਕ ਨਹੀਂ ਹੈਗਾ, ਇੰਟਰਨੈਟ ਨਹੀਂ ਹੈਗਾ, ਤੁਸੀਂ ਸ਼ੇਅਰ ਨਹੀਂ ਕਰ ਪਾਓਗੇ। ਅੱਗੇ ਹੈ ਪ੍ਰਿੰਟਰ ਸ਼ੇਅਰਿੰਗ। ਪ੍ਰਿੰਟਰ ਸ਼ੇਅਰਿੰਗ ਵੀ ਸੇਮ ਹੀ ਹੈ, ਜਿਵੇਂ ਹੁਣ CPU ਸ਼ੇਅਰ ਹੋ ਰਿਹਾ ਹੈਗਾ, ਠੀਕ ਹੈ। ਪ੍ਰਿੰਟਰ ਮੀਨਸ ਕੋਈ ਪ੍ਰਿੰਟਰ ਹੋਏਗਾ, ਇੱਕ ਸਿੰਗਲ ਪ੍ਰਿੰਟਰ ਆ, ਜਦੋਂ ਉਹ ਮੋਰ ਦੈਨ 1 ਕੰਪਿਊਟਰਸ ਦੁਆਰਾ ਨੈਟਵਰਕ ਦੀ ਵਰਤੋਂ ਕਰਕੇ ਸ਼ੇਅਰ ਕੀਤਾ ਜਾਂਦਾ ਆਪਸ ਦੇ ਵਿੱਚ, ਤਾਂ ਉਹਨੂੰ ਕੀ ਬੋਲਦੇ ਆ? ਪ੍ਰਿੰਟਰ ਸ਼ੇਅਰਿੰਗ ਬੋਲਦੇ ਆ। ਪ੍ਰਿੰਟਰ ਸ਼ੇਅਰਿੰਗ ਇੱਕ ਨੈਟਵਰਕ ਨਾਲ ਜੁੜੇ ਮਲਟੀਪਲ ਕੰਪਿਊਟਰਸ ਜਾਂ ਡਿਵਾਈਸਸ ਨੂੰ ਇੱਕ ਜਾਂ ਇੱਕ ਤੋਂ ਵਧੇਰੇ ਪ੍ਰਿੰਟਰਾਂ ਦੀ ਤੱਕ ਪਹੁੰਚਣ ਦੀ ਆਗਿਆ ਦੇਣ ਲਈ ਦੀ ਪ੍ਰਕਿਰਿਆ ਹੈ। ਬਸ ਇਹਦੇ 'ਚ ਇਹ ਕਹਿ ਰਿਹਾ ਕਿ ਜੇ ਆਪਣੇ ਕੋਲ ਫੋਰ ਐਗਜ਼ਾਮਪਲ ਮੰਨ ਕੇ ਚੱਲੋ ਕਿ ਇੱਕ ਪ੍ਰਿੰਟਰ ਆ, ਕੰਪਿਊਟਰ ਬਹੁਤ ਜ਼ਿਆਦਾ ਨੇ, ਤਾਂ ਹੁਣ ਉਹ ਪ੍ਰਿੰਟਰ ਕਿਵੇਂ ਹੁਣ ਇਕੱਲੇ PC ਨਾਲ ਤਾਂ ਆਪਾਂ ਪ੍ਰਿੰਟਰ ਅਟੈਚ ਨਹੀਂ ਕਰਾਂਗੇ, ਤਾਂ ਇੱਕੋ ਪ੍ਰਿੰਟਰ ਨੂੰ ਸਾਰੇ
ਜਿਹੜੇ ਆਪਣੇ ਕੋਲ ਮੋਰ ਦੈਨ ਮਲਟੀਪਲ ਕੰਪਿਊਟਰਸ ਨੇ ਉਹਨਾਂ ਨਾਲ ਕਿਸੇ ਨੈਟਵਰਕ ਦੀ ਹੈਲਪ ਨਾਲ ਜੋੜਿਆ ਜਾ ਸਕਦਾ ਹੈ, ਤਾਂ ਜੋ ਉਹ ਇੱਕੋ ਪ੍ਰਿੰਟਰ ਨੂੰ ਆਪਸ ਦੇ ਵਿੱਚ ਸ਼ੇਅਰ ਕਰ ਸਕਣ, ਉਹ ਤੋਂ ਕੰਮ ਲੈ ਸਕਣ। ਨੈਟਵਰਕ ਦਾ ਹਰੇਕ ਨੋਡ ਡਿਵਾਈਸ ਕਿਸੇ ਵੀ ਸਾਂਝਾ ਕੀਤੇ ਪ੍ਰਿੰਟਰ 'ਤੇ ਪ੍ਰਿੰਟ ਕਰ ਸਕਦਾ ਹੈ। ਕੋਈ ਮਰਜ਼ੀ ਕੰਪਿਊਟਰ ਹੋਵੇ, ਉਹ ਇੱਕੋ ਜਿਹੜਾ ਸੇਮ ਇੰਸਟਾਲ ਕੀਤਾ ਹੈ ਪ੍ਰਿੰਟਰ ਆ ਉਹਦੇ ਉੱਪਰ ਪ੍ਰਿੰਟ ਕਰ ਸਕਦਾ ਗਾ। ਕੁਝ ਹੱਦ ਤੱਕ ਉਪਭੋਗਤਾ ਲਈ ਐਡਮਿਨਿਸਟ੍ਰੇਟਰ ਰਾਹੀਂ ਨਿਰਧਾਰਿਤ ਪਰਮਿਸ਼ਨ ਦੇ ਆਧਾਰ 'ਤੇ ਪ੍ਰਿੰਟਰ ਸੈਟਿੰਗਾਂ ਵਿੱਚ ਬਦਲਾਅ ਵੀ ਕਰ ਸਕਦਾ ਗਾ। ਠੀਕ ਹੈ ਜੀ। ਨੈਕਸਟ ਸਟੂਡੈਂਟ ਆਪਣੇ ਕੋਲ ਹੋਣਗੇ ਪ੍ਰੋਟੋਕੋਲਸ, ਕਿਹੜੇ ਨੇ ਨੈਟਵਰਕ ਕੰਪਿਊਟਰ ਨੈਟਵਰਕ ਦੇ ਵਿੱਚ ਕਿਹੜੇ ਪ੍ਰੋਟੋਕੋਲਸ ਯੂਜ਼ ਕੀਤੇ ਜਾਂਦੇ। ਪ੍ਰੋਟੋਕੋਲਸ ਮਤਲਬ ਰੂਲਸ ਰੈਗੂਲੇਸ਼ਨਸ, ਤਾਂ ਉਹ ਆਪਾਂ ਸੈੱਟ ਆਫ ਰੂਲਸ ਕਹਿ ਸਕਦੇ ਹਾਂ। ਆਪਾਂ ਸੈੱਟ ਆਫ ਰੂਲਸ ਰੈਗੂਲੇਸ਼ਨ ਇਜ਼ ਕਾਲਡ ਪ੍ਰੋਟੋਕੋਲਸ, ਜਿਹੜੇ ਕਿ ਆਪਾਂ ਕੱਲ੍ਹ ਵਾਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਫਿਲਹਾਲ ਅੱਜ ਇੰਨਾ ਹੀ। ਥੈਂਕ ਯੂ।